ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ 3 ਦਿਨਾਂ ਅਮਰੀਕਾ ਦੌਰਾ ਜੋ 6 ਜੂਨ ਨੂੰ ਸਟਾਰਟ ਹੋਇਆ। ਐਂਡਰਿਊ 에ਅਰਪੋਰਟ ਤੇ ਉਤਰਨ ਤੇ ਉਹਨਾਂ ਦਾ ਇੱਥੋਂ ਦੇ ਪ੍ਰੋਟੋਕੋਲ ਦੇ ਮੁਤਾਬਕ ਸਵਾਗਤ ਕੀਤਾ ਗਿਆ, ਜਿੱਥੇ ਭਾਰਤੀ ਭਾਈਚਾਰਾ ਵੱਡੀ ਗਿਣਤੀ ਵਿੱਚ ਮੌਜੂਦ ਸੀ। ਇਸ ਦੌਰੇ ਨੂੰ ਕਈ ਪੱਖਾਂ ਤੋਂ ਬੜੀ ਅਹਿਮੀਅਤ ਦਿੱਤੀ ਜਾ ਰਹੀ ਸੀ, ਕਿਉਂਕਿ ਆਖਰੀ ਸਾਲ ਇਹ ਪ੍ਰੈਜ਼ੀਡੈਂਟ ਬਰਾਕ ਓਬਾਮਾ ਦਾ ਇਹ ਆਖਰੀ ਕਾਰਜਕਾਲ ਦਾ ਸਾਲ ਹੋਣ ਕਰਕੇ ਜੋ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਆਪਣੇ ਕੰਮ ਆਰੰਭੇ ਸਨ ਉਹ ਉਹਨਾਂ ਨੂੰ ਵੀ ਸਿਰੇ ਚਾੜਨਾ ਚਾਹੁੰਦੇ ਸਨ, ਔਰ ਉਹਦੇ ਨਾਲ ਹੀ ਇੱਕ ਇਸ ਨੂੰ ਇਸ ਮਹੱਤਵਪੂਰਨ ਪੱਖ ਤੋਂ ਵੀ ਦੇਖਿਆ ਜਾ ਰਿਹਾ ਸੀ ਕਿ ਵਿਸ਼ੇਸ਼ ਤੌਰ 'ਤੇ ਆਮੰਤਰਿਤ ਕੀਤਾ ਗਿਆ ਸੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪ੍ਰੈਜ਼ੀਡੈਂਟ ਬਰਾਕ ਓਬਾਮਾ ਵੱਲੋਂ। ਸੋ ਇਸ ਸਾਰੇ ਦੌਰੇ ਦੇ ਦੌਰਾਨ ਜਿਹੜੀਆਂ ਬਹੁਤ ਸਾਰੀਆਂ ਮੀਟਿੰਗਸ ਕੀਤੀਆਂ ਗਈਆਂ, ਜਿਨ੍ਹਾਂ ਦੇ ਵਿੱਚੋਂ ਉਹਨਾਂ ਨੇ ਕਾਂਗਰਸ ਦੇ ਜੁਆਇੰਟ ਸੈਸ਼ਨ ਨੂੰ ਵੀ ਐਡਰੈਸ ਕੀਤਾ, ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਨਾਲ ਮੁਲਾਕਾਤ ਕੀਤੀ, USIBC ਦੇ ਨਾਲ ਜਿਹੜੀਆਂ ਮੀਟਿੰਗਸ ਹੋਈਆਂ ਉਹਨਾਂ ਦੇ ਨਾਲ ਤੁਹਾਨੂੰ ਸਾਰੀ ਗੱਲਬਾਤ ਦੇ ਨਾਲ ਅਸੀਂ ਜੋੜ ਰਹੇ ਹਾਂ, ਔਰ ਇਹ ਸਾਰੇ 3 ਦਿਨਾਂ ਦੇ ਦੌਰੇ ਦੀ ਸਾਰੀ ਗੱਲਬਾਤ ਦਾ ਹਾਲ ਤੁਹਾਨੂੰ ਅਸੀਂ ਦੱਸ ਰਹੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਸ਼ਨੀਵਾਰ ਨੂੰ 5 ਦੇਸ਼ਾਂ ਦੇ ਦੌਰੇ ਤੇ ਨਿਕਲੇ। ਵੈਸੇ ਤਾਂ 5 ਹੀ ਦੇਸ਼ਾਂ ਦਾ ਦੌਰਾ ਅਹਿਮ ਰਿਹਾ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਫੇਰੀ ਇੱਕ ਵਾਰ ਫਿਰ ਸੁਰਖੀਆਂ ਬਟੋਰ ਗਈ। ਮੋਦੀ 3 ਦਿਨ ਅਮਰੀਕਾ ਵਿੱਚ ਰਹੇ ਤੇ 3 ਦਿਨ ਹੀ ਬੇहद ਖਾਸ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੀ ਵਿਜ਼ਿਟ ਦੌਰਾਨ ਵੱਡੀ ਸਫਲਤਾ ਮਿਲੀ। ਯਾਤਰਾ ਦਾ ਪਹਿਲਾ ਦਿਨ ਹੀ ਸਫਲਤਾ ਦੀ ਬੁਲੰਦੀਆਂ ਨੂੰ ਛੂ ਗਿਆ। 34 ਦੇਸ਼ਾਂ ਵਾਲੇ ਮਿਸਾਈਲ ਟੈਕਨੋਲੋਜੀ ਕੰਟਰੋਲ ਰਜੀਮ ਦੇ ਵਿੱਚ ਭਾਰਤ ਦੀ ਐਂਟਰੀ ਦਾ ਰਸਤਾ ਸਾਫ਼ ਹੋ ਗਿਆ। ਇਸ ਨੂੰ NSG ਵਿੱਚ ਸ਼ਾਮਿਲ ਹੋਣ ਦੇ ਲਿਹਾਜ਼ ਤੋਂ ਬਹੁਤ ਵੱਡਾ ਬੂਸਟ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਜੁੜੇ ਡਿਪਲੋਮੈਟਸ ਮੁਤਾਬਿਕ 34 ਦੇਸ਼ਾਂ ਵਾਲੇ ਗਰੁੱਪ ਦੇ ਵਿੱਚ ਭਾਰਤ ਦੀ ਮੈਂਬਰਸ਼ਿਪ ਤੇ ਵਿਰੋਧ ਜਤਾਉਣ ਦੀ ਡੈਡਲਾਈਨ ਖਤਮ ਹੋ ਚੁੱਕੀ ਹੈ ਤੇ ਕਿਸੇ ਵੀ ਮੈਂਬਰ ਨੇ ਇਸ ਤੇ ਵਿਰੋਧ ਨਹੀਂ ਜਤਾਇਆ। ਇਸ ਦੇ ਚਲਦਿਆਂ ਭਾਰਤ ਦੂਜੇ ਦੇਸ਼ਾਂ ਨੂੰ ਆਪਣੀ ਮਿਸਾਈਲ ਟੈਕਨੋਲੋਜੀ ਦੇ ਸਕੇਗਾ ਤੇ ਅਮਰੀਕਾ ਤੋਂ ਪ੍ਰੀਡੇਟਰ ਡਰੋਨਸ ਖਰੀਦ ਸਕੇਗਾ। ਦੱਸਣਾ ਚਾਹਾਂਗੇ ਕਿ ਇਸ ਪ੍ਰੀਡੇਟਰ ਡਰੋਨਸ ਮਿਸਾਈਲ ਟੈਕਨੋਲੋਜੀ ਨੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਭਾਰਤ ਨੇ ਪਿਛਲੇ ਸਾਲ MTCR ਦੀ ਮੈਂਬਰਸ਼ਿਪ ਦੇ ਲਈ ਅਪਲਾਈ ਕੀਤਾ ਸੀ, ਪਰ ਕੁਝ ਦੇਸ਼ਾਂ ਨੇ ਇਸ ਦਾ ਵਿਰੋਧ ਕੀਤਾ ਸੀ, ਪਰ ਆਖਿਰਕਾਰ ਭਾਰਤ ਇਸ ਦੀ ਮੈਂਬਰਸ਼ਿਪ ਪਾਉਣ ਦੇ ਵਿੱਚ ਸਫਲ ਹੋ ਹੀ ਗਿਆ। ਇਸ ਤੋਂ ਇਲਾਵਾ ਬਲੇਅਰ ਹਾਊਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਚੋਲ ਵੰਸ਼ ਨਾਲ ਜੁੜੀਆਂ ਅਨੋਖੀ ਭੇਂਟ ਮਿਲੀਆਂ। ਇਹ ਨਹੀਂ, ਅਮਰੀਕਾ ਨੇ ਤਸਕਰਾਂ ਤੋਂ ਬਰਾਮਦ 12 ਪੁਰਾਣੀ ਮੂਰਤੀਆਂ ਵੀ ਭਾਰਤ ਨੂੰ ਵਾਪਸ ਕੀਤੀਆਂ। ਇਹ ਮੂਰਤੀਆਂ ਭਾਰਤ ਤੋਂ ਚੋਰੀ ਹੋਈ ਸਨ। ਇਹਨਾਂ ਵਿੱਚੋਂ ਕੁਝ 2000 ਸਾਲ ਪੁਰਾਣੀ ਮੂਰਤੀਆਂ ਹਨ। ਇਹਨਾਂ ਦੀ ਕੀਮਤ 660 ਕਰੋੜ ਰੁਪਏ ਆਂਕੀ ਗਈ ਹੈ। ਪ੍ਰਧਾਨ ਮੰਤਰੀ ਦੇ ਦੂਜੇ ਦਿਨ ਦੇ ਦੌਰੇ ਵਿੱਚ ਵਾਈਟ ਹਾਊਸ ਦੀ ਮੀਟਿੰਗ ਤੋਂ ਬਾਅਦ US ਡਿਫੈਂਸ ਸੈਕਟਰੀ ਐਸ਼ ਕਾਰਟਰ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮਹੱਤਵਪੂਰਨ ਮੀਟਿੰਗ ਦੇ ਵਿੱਚ ਜਿੱਥੇ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ ਸਿਕਿਉਰਿਟੀ ਤੇ ਇਸ ਵੇਲੇ ਮੌਜੂਦਾ ਹਾਲਾਤਾਂ ਦਾ 1 to 1 ਸਿੱਧੇ ਬੈਠ ਕੇ ਜਾਇਜ਼ਾ ਲਿਆ ਗਿਆ, ਉੱਥੇ ਨਾਲ ਦੀ ਨਾਲ ਹੀ ਉਸ ਏਰੀਏ ਦੇ ਵਿੱਚ ਸਿਕਿਉਰਿਟੀ ਨੂੰ ਕਿਵੇਂ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ, ਇਹਦੇ ਬਾਰੇ ਵੀ ਬੜੀ ਗੰਭੀਰ ਚਰਚਾ ਤੇ ਵਿਚਾਰ ਵਟਾਂਦਰਾ ਹੋਇਆ। ਇਸ ਦੇ ਨਾਲ ਹੀ ਦੋਨਾਂ ਦੇਸ਼ਾਂ ਦੀਆਂ ਫੌਜਾਂ ਦੇ ਵਿੱਚ ਜਿਹੜਾ ਤਾਲਮੇਲ ਕਿਵੇਂ ਬੈਟਰ ਕੀਤਾ ਜਾ ਸਕਦਾ ਹੈ, ਔਰ ਕਿਵੇਂ ਜੰਗੀ ਅਭਿਆਸਾਂ ਨੂੰ ਸਾਂਝੇ ਤੌਰ ਤੇ ਰਲ ਕੇ ਦੋਨਾਂ ਫੌਜਾਂ ਦੇ ਵਿੱਚ ਹੋਰ ਜ਼ਿਆਦਾ ਨੇੜਤਾ ਵੀ ਲਿਆਂਦੀ ਜਾ ਸਕਦੀ ਆ ਤੇ ਇੱਕ ਦੂਜੇ ਤੋਂ ਜੰਗੀ ਟੈਕਨੀਕਸ ਵੀ ਸਿੱਖੀਆਂ ਜਾ ਸਕਦੀਆਂ ਨੇ। ਇਹਦੇ ਬਾਰੇ ਵੀ ਗੱਲਬਾਤ ਕੀਤੀ ਗਈ ਆ। ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਨ ਫੌਜਾਂ ਭਾਰਤੀ ਫੌਜਾਂ ਦੇ ਨਾਲ ਜੰਗੀ ਅਭਿਆਸ ਸਾਂਝੇ ਤੌਰ ਤੇ ਇਹਨਾਂ ਮਸ਼ਕਾਂ ਨੂੰ ਪੂਰੀਆਂ ਕਰਨਗੇ। ਔਰ ਇਹਦੇ ਨਾਲ ਹੀ ਜਿਹੜਾ ਇੱਕ ਹੋਰ ਮਹੱਤਵਪੂਰਨ ਪਹਿਲੂ ਜੁੜਿਆ ਹੋਇਆ ਆ ਇਸ ਦਿਨ ਦੇ ਵਿੱਚ ਹੀ ਜਿਹੜਾ ਪ੍ਰਧਾਨ ਮੰਤਰੀ ਵੱਲੋਂ ਨਿਊਕਲੀਅਰ 7 ਰਿਐਕਟਰਸ ਦੀ ਸਮਝੌਤੇ ਵੀ ਸਹੀਬੱਧ ਕੀਤੇ ਗਏ ਨੇ, ਜਿਹੜਾ ਕਿ ਇਹ ਇਸ ਦਿਨ ਦੀ ਪ੍ਰਾਪਤੀ ਦੇ ਵਿੱਚ ਇੱਕ ਹੋਰ ਅਹਿਮ ਪੱਖ ਸੀ। ਸੋ ਇਹ ਐਸ਼ ਕਾਰਟਰ ਦੇ ਨਾਲ ਮੁਲਾਕਾਤ ਦੇ ਵਿੱਚ ਉਸ ਸਾਊਥ ਏਸ਼ੀਅਨ ਖਿੱਤੇ ਦੇ ਨਾਲ ਵੱਧਦਾ ਹੋਇਆ ਟੈਰਰਿਜ਼ਮ ਦਾ ਨੈਟਵਰਕ ਜਿਹੜਾ ਹੈ ਉਹਨੂੰ ਕਿਵੇਂ ਠੱਲ ਪਾਈ ਜਾ ਸਕਦੀ ਆ, ਇਹਦੇ ਬਾਰੇ ਪ੍ਰਧਾਨ ਮੰਤਰੀ ਨੇ ਐਸ਼ ਕਾਰਟਰ ਜਿਹੜੇ ਇੱਥੋਂ ਦੇ US ਡਿਫੈਂਸ ਸੈਕਟਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਦੇ ਵਿੱਚ ਗੰਭੀਰ ਤੇ ਭਰਪੂਰ ਚਰਚਾ ਵੀ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅਮਰੀਕੀ ਦੌਰਾ ਜਾਨਦਾਰ ਰਿਹਾ ਹੈ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਉਹਨਾਂ ਦੇ ਇਸ ਦੌਰੇ ਨੇ ਜਿੱਥੇ ਭਾਰਤ ਦੀ MTCR ਦੇ ਵਿੱਚ ਐਂਟਰੀ ਪੱਕੀ ਕਰ ਦਿੱਤੀ ਹੈ, ਉੱਥੇ ਹੀ NSG ਦੇ ਲਈ ਅਮਰੀਕਾ ਦਾ ਬੇਬਾਕ ਸਮਰਥਨ ਵਿਰੋਧੀਆਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਇਹੀ ਨਹੀਂ, ਹੋਰ ਵੀ ਕਈ ਮੁੱਦਿਆਂ ਤੇ ਭਾਰਤ ਤੇ ਅਮਰੀਕਾ ਦੇ ਵਿਚਕਾਰ ਸਹਿਮਤੀ ਬਣੀ ਹੈ। ਅਮਰੀਕਾ ਨੇ ਕਿਹਾ ਹੈ ਕਿ ਭਾਰਤ MTCR ਦਾ ਮੈਂਬਰ ਬਣਨ ਦੇ ਲਈ ਤਿਆਰ ਹੈ, ਜੋ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ। ਅਮਰੀਕਾ ਵੱਲੋਂ ਅਣਅਧਿਕਾਰਕ ਤੌਰ ਤੇ ਇਹ ਵੀ ਕਿਹਾ ਗਿਆ ਹੈ ਕਿ ਚੀਨ MTCR ਦਾ ਮੈਂਬਰ ਨਹੀਂ ਹੈ, ਇਸ ਕਰਕੇ ਉਹ ਆਪਣਾ ਵਿਰੋਧ ਇਸ ਮਾਮਲੇ ਦੇ ਵਿੱਚ ਦਰਜ ਵੀ ਨਹੀਂ ਕਰਵਾ ਸਕਦਾ। MTCR ਦਾ ਮੈਂਬਰ ਬਣਨ ਤੋਂ ਬਾਅਦ ਭਾਰਤ ਅਤੇ ਅਮਰੀਕਾ ਵਿਚਕਾਰ ਰੱਖਿਆ, ਵਪਾਰ ਅਤੇ ਟੈਕਨੋਲੋਜੀ ਟ੍ਰਾਂਸਫਰ ਵਧਣ ਦਾ ਰਾਹ ਪੱਧਰਾ ਹੋ ਗਿਆ ਹੈ। ਮੋਦੀ ਅਤੇ ਓਬਾਮਾ ਨੇ ਪੈਰਿਸ ਸਮਝੌਤੇ ਦੀ ਗੱਲ ਇੱਕ ਵਾਰ ਫਿਰ ਤੋਂ ਦੁਹਰਾਈ ਹੈ। ਪਠਾਨਕੋਟ ਦਹਿਸ਼ਤਗਰਦੀ ਹਮਲੇ ਨੂੰ 26/11 ਵਰਗਾ ਮੰਨਦਿਆਂ ਹੋਇਆਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਨੂੰ ਸਾਫ਼ ਸ਼ਬਦਾਂ ਦੇ ਵਿੱਚ ਸੁਨੇਹਾ ਦਿੰਦਿਆਂ ਕਿਹਾ ਹੈ ਕਿ ਉਹ ਹਮਲੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਜ਼ਾ ਦੇਵੇ। ਵਿਦੇਸ਼ ਸਕੱਤਰ S ਜੈਸ਼ੰਕਰ ਨੇ ਦੱਸਿਆ ਕਿ ਦੋਵਾਂ ਪੱਖਾਂ ਨੇ ਇੱਕ ਰੋਡ ਮੈਪ ਨੂੰ ਅੰਤਿਮ ਰੂਪ ਦਿੱਤਾ, ਜਿਸ ਦੇ ਤਹਿਤ ਭਾਰਤ ਅਮਰੀਕਾ ਦੀ ਰੱਖਿਆ ਅਤੇ ਟੈਕਨੋਲੋਜੀ ਤੱਕ ਬਿਹਤਰ ਪਹੁੰਚ ਬਣਾ ਸਕਦਾ ਹੈ। ਅਮਰੀਕਾ ਨੇ ਭਾਰਤ ਦੀ ਮੇਕ ਇਨ ਇੰਡੀਆ ਪਹਿਲ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਅਮਰੀਕਾ ਭਾਰਤ ਨੂੰ ਪੂਰਾ ਸਮਰਥਨ ਕਰੇਗਾ। ਮੁਲਾਕਾਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2018 ਦੇ ਵਿੱਚ ਮਾਸ ਕਿਲਿੰਗ ਦੇ ਹਥਿਆਰਾਂ ਦਾ ਮੁਕਾਬਲਾ ਕਰਨ ਤੇ ਇੱਕ ਸੰਮੇਲਨ ਦੀ ਮੇਜ਼ਬਾਨੀ ਦੀ ਪੇਸ਼ਕਸ਼ ਕੀਤੀ, ਜਿਸ ਦਾ ਰਾਸ਼ਟਰਪਤੀ ਓਬਾਮਾ ਨੇ ਸਵਾਗਤ ਕੀਤਾ। NPCIL ਅਤੇ ਅਮਰੀਕੀ ਕੰਪਨੀ ਵੇਸਟਿੰਗ ਹਾਊਸ ਨੇ ਭਾਰਤ ਦੇ ਵਿੱਚ 6 ਪਰਮਾਣੂ ਬਿਜਲੀ ਰਿਐਕਟਰ ਤੇ ਕੰਮ ਕਰਨ ਤੇ ਸਹਿਮਤੀ ਜ਼ਾਹਰ ਕੀਤੀ ਹੈ। ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਹੁਣੇ ਵਾਪਸ ਪਰਤ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਭਾਰਤ ਦੇ ਪ੍ਰਧਾਨ ਮੰਤਰੀ ਦਾ 3 ਦਿਨ ਦੌਰੇ ਦਾ ਜਦੋਂ ਕੁੱਲ ਮਿਲਾ ਕੇ ਮੁਤਾਲਿਆ ਕੀਤਾ ਜਾ ਰਿਹਾ ਹੈ ਤੇ ਇਸ ਦੇ ਵਿੱਚੋਂ ਬਹੁਤ ਸਾਰੇ ਅਹਿਮ ਪੱਖ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇਸ ਦੌਰੇ ਦੇ ਵਿੱਚੋਂ ਭਾਰਤ ਨੇ ਕੀ ਖਟਿਆ ਹੈ। ਜਦੋਂ ਕਿ ਜੇ ਟੋਟੈਲਿਟੀ ਦੇ ਵਿੱਚ ਵੇਖਿਆ ਜਾਵੇ ਤੇ ਭਾਰਤ ਨੂੰ 2 ਜਿਹੜੀਆਂ ਅਹਿਮ ਮੈਂਬਰਸ਼ਿਪ ਮਿਲ ਜਾਣੀਆਂ, ਔਰ ਜਿਹਦੇ ਵਿੱਚ ਇਸ ਦੇ ਨਾਲ ਹੀ ਬਹੁਤ ਬੇਸ਼ਕੀਮਤੀ ਜਿਹੜੀਆਂ ਮੂਰਤੀਆਂ ਨੇ ਉਹਨਾਂ ਦੀ ਵਾਪਸੀ ਹੋਣੀ 2 ਬਹੁਤ ਹੀ ਮਹੱਤਵਪੂਰਨ ਪੱਖ ਕਹੇ ਜਾ ਸਕਦੇ ਨੇ। ਇਸ ਦੇ ਨਾਲ ਹੀ ਇੱਕ ਮਹੱਤਵਪੂਰਨ ਪੱਖ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਨੇ ਵਾਈਟ ਹਾਊਸ ਦੇ ਵਿੱਚ ਗੱਲ ਕੀਤੀ ਆ, ਜਿਸ ਤਰ੍ਹਾਂ ਦੇ ਮਸਲਿਆਂ ਨੂੰ ਛੋਹਿਆ ਗਿਆ ਆ, ਜਿਸ ਤਰ੍ਹਾਂ ਦਾ ਦੋਸਤਾਨਾ ਮਾਹੌਲ ਵਾਈਟ ਹਾਊਸ ਦੇ ਵਿੱਚ ਬਣਿਆ ਆ, ਉਹਦੇ ਵਿੱਚ ਵੀ ਇਹ ਦੋਸਤਾਨਾ ਸਬੰਧ ਜਿਹੜੇ ਨੇ 2 ਕੰਟਰੀਆਂ ਦੇ ਲੀਡਰਸ ਨਾਲੋਂ ਆਪਸੀ ਨੇੜਤਾ ਤੇ ਆਪਸੀ ਮਿੱਤਰਤਾ ਭਰੇ ਜ਼ਿਆਦਾ ਨਜ਼ਰ ਆ ਰਹੇ ਸੀ। ਪਰ ਦੋਨਾਂ ਲੀਡਰਾਂ ਨੇ ਕਿਤੇ ਵੀ ਆਪਣੇ ਦੇਸ਼ਾਂ ਦੇ ਹਿੱਤਾਂ ਨੂੰ ਅਣਗੌਲਿਆ ਨਹੀਂ ਹੋਣ ਦਿੱਤਾ। ਵਾਈਟ ਹਾਊਸ ਦੇ ਵਿੱਚ ਬਰਾਕ ਓਬਾਮਾ ਦੇ ਨਾਲ ਆਪਣੀ 7ਵੀਂ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਰਾਤ ਨੂੰ US ਇੰਡੀਆ ਬਿਜ਼ਨਸ ਕਾਉਂਸਲ ਦੇ ਵਿੱਚ ਪਹੁੰਚੇ, ਜਿੱਥੇ ਪੈਪਸੀਕੋ ਦੀ ਇੰਦਰਾ ਨੂਈ ਤੋਂ ਲੈ ਕੇ ਅਮੇਜ਼ਨ ਦੇ ਜੈਫ ਬੇਜ਼ੋਸ ਤੱਕ ਅਮਰੀਕਾ ਦੇ ਟਾਪ 25 CEOs ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਇਨਵੈਸਟਮੈਂਟ ਤੇ ਬਿਜ਼ਨਸ ਦੇ ਲਈ ਬਣੇ ਚੰਗੇ ਮਾਹੌਲ ਤੋਂ ਜਾਣੂ ਕਰਵਾਇਆ। ਇਸ ਬੈਠਕ ਤੋਂ ਬਾਅਦ ਬਿਜ਼ਨਸ ਕਾਉਂਸਲ ਨੇ ਕਿਹਾ ਕਿ ਅਮਰੀਕੀ ਕੰਪਨੀਆਂ ਅਗਲੇ 3 ਸਾਲ ਦੇ ਵਿੱਚ ਭਾਰਤ ਵਿੱਚ $45 ਅਰਬ ਯਾਨੀ ਕਰੀਬ 3 ਲੱਖ ਕਰੋੜ ਰੁਪਏ ਦਾ ਇਨਵੈਸਟਮੈਂਟ ਕਰਨਗੀਆਂ। ਉੱਥੇ ਫਲਿੱਪਕਾਰਟ ਸਨੈਪਡੀਲ ਤੋਂ ਨਜਿੱਠਣ ਦੇ ਲਈ ਐਮਾਜ਼ਨ ਭਾਰਤ ਦੇ ਵਿੱਚ 20,000 ਕਰੋੜ ਰੁਪਏ ਦਾ ਇਨਵੈਸਟਮੈਂਟ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਦੇ ਵਿੱਚ ਅਮਰੀਕੀ CEOs ਦੇ ਨਾਲ ਬਿਜ਼ਨਸ ਰਾਉਂਡ ਟੇਬਲ ਬੈਠਕ ਕੀਤੀ, ਜਿਸ ਵਿੱਚ ਇੰਡੀਆ US ਬਿਜ਼ਨਸ ਰਿਲੇਸ਼ਨਸ਼ਿਪ ਤੇ ਗੱਲਬਾਤ ਹੋਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਇਕਨੋਮੀ ਮਜ਼ਬੂਤ ਹੈ ਤੇ ਦੁਨੀਆ ਦੀ ਲੋੜਾਂ ਨੂੰ ਉਹ ਪੂਰਾ ਕਰਦੀ ਹੈ। ਟੈਲੈਂਟਡ ਵਰਕਫੋਰਸ ਵੀ ਭਾਰਤ ਦੇ ਕੋਲ ਹੈ। CEOs ਦੇ ਲਈ ਸੋਲਰ ਐਨਰਜੀ ਤੇ ਡਿਜੀਟਲ ਇੰਡੀਆ ਵਰਗੇ ਸੈਕਟਰਸ ਦੇ ਵਿੱਚ ਕਾਫੀ ਮੌਕੇ ਭਾਰਤ ਨੂੰ ਮਿਲਣਗੇ। ਉਹਨਾਂ ਕਿਹਾ ਕਿ ਸਾਡੀ ਸਰਕਾਰ CEOs ਦੇ ਸੁਝਾਵਾਂ ਤੇ ਗੌਰ ਕਰੇਗੀ ਤੇ ਚੰਗਾ ਬਿਜ਼ਨਸ এনवायरमेंट ਬਣਾਵੇਗੀ। ਭਾਰਤ ਦੇ ਪ੍ਰਧਾਨ ਮੰਤਰੀ ਦੇ ਦੌਰੇ ਦਾ ਤੀਜਾ ਤੇ ਆਖਰੀ ਦਿਨ US ਹਾਊਸ ਦੇ ਜੁਆਇੰਟ ਸੈਸ਼ਨ ਨੂੰ ਸੰਬੋਧਨ ਕਰਨ ਨਾਲ ਸਿਰੇ ਚੜਿਆ। ਭਾਰਤ ਦੇ ਪ੍ਰਧਾਨ ਮੰਤਰੀ ਦੇ ਕੈਪੀਟਲ ਤੇ ਪਹੁੰਚਣ ਤੇ ਪਾਲ ਰਾਇਨ ਹਾਊਸ ਸਪੀਕਰ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਪ੍ਰਧਾਨ ਮੰਤਰੀ ਨੇ ਹਾਊਸ ਨੂੰ ਸੰਬੋਧਨ ਕਰਦਿਆਂ ਜਿੱਥੇ ਭਾਰਤ ਦੀਆਂ ਪ੍ਰਾਪਤੀਆਂ ਦੇ ਬਾਰੇ ਗੱਲ ਕੀਤੀ, ਉੱਥੇ ਉਸ ਏਸ਼ੀਅਨ ਖਿੱਤੇ ਦੇ ਵਿੱਚ ਜਾਂ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ ਜੋ ਮੌਜੂਦਾ ਸਿਚੁਏਸ਼ਨ ਬਣੀ ਹੋਈ ਆ, ਖਾਸ ਕਰਕੇ ਟੈਰਰਿਜ਼ਮ ਦੇ ਬਾਰੇ ਉਹਨਾਂ ਨੇ ਸਿੱਧੇ ਤੌਰ ਤੇ ਨਿਸ਼ਾਨਾ ਪਾਕਿਸਤਾਨ ਦੇ ਉੱਤੇ ਵੀ ਸਾਧਿਆ। ਭਾਵੇਂ ਆਪਣੀ ਸਪੀਚ ਦੇ ਦੌਰਾਨ ਉਹਨਾਂ ਨੇ ਇੰਡੀਅਨ ਪਾਰਲੀਮੈਂਟ ਦੀ ਅਮਰੀਕਨ ਹਾਊਸ ਦੇ ਨਾਲ ਤੁਲਨਾ ਕਰਦੇ ਹੋਇਆਂ ਹਲਕੀਆਂ ਫੁਲਕੀਆਂ ਟਿੱਪਣੀਆਂ ਵੀ ਕੀਤੀਆਂ,
ਪਰ ਇਸ ਦੇ ਦੌਰਾਨ ਉਹਨਾਂ ਦੇ ਗੰਭੀਰ ਵਿਚਾਰਾਂ ਦੇ ਲਈ ਸਟੈਂਡਿੰਗ ਓਵੇਸ਼ਨ ਵੀ ਇਥੋਂ ਦੇ ਮੈਂਬਰਸ ਵੱਲੋਂ ਦਿੱਤੀ ਗਈ। Prime Minister of the Republic of India. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਮਰੀਕੀ ਕਾਂਗਰਸ ਨੂੰ ਸੰਬੋਧਿਤ ਕੀਤਾ। ਉਸੇ ਕਾਂਗਰਸ ਨੂੰ ਜਿਸ ਨੇ 11 ਸਾਲ ਪਹਿਲਾਂ ਉਹਨਾਂ ਦੇ ਅਮਰੀਕਾ ਆਉਣ ਤੇ ਰੋਕ ਲਗਾਉਣ ਦਾ ਮਤਾ ਮਨਜ਼ੂਰ ਕੀਤਾ ਸੀ। ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਇੱਕ ਗੱਲ ਸਾਫ਼ ਲੱਗ ਰਹੀ ਸੀ ਕਿ ਭਾਰਤ ਹੁਣ ਅਮਰੀਕਾ ਦਾ ਸਿਰਫ ਸਾਂਝੇਦਾਰ ਹੀ ਨਹੀਂ, ਸਹਿਯੋਗੀ ਤੇ ਪ੍ਰਤੀਯੋਗੀ ਵੀ ਬਣ ਚੁੱਕਿਆ ਹੈ। ਉਨ੍ਹਾਂ ਕਟਾਕਸ਼ ਕਰਦੇ ਹੋਏ ਇਹ ਵੀ ਕਿਹਾ ਕਿ ਅਮਰੀਕਾ ਵਿੱਚ 3 ਕਰੋੜ ਲੋਕ ਯੋਗ ਕਰਦੇ ਨੇ, ਪਰ ਅਸੀਂ ਤੱਕ ਕਦੇ ਵੀ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਦਾ ਦਾਅਵਾ ਨਹੀਂ ਕੀਤਾ। ਦਰਅਸਲ ਅਮਰੀਕਾ IPR ਦੇ ਜ਼ਰੀਏ ਭਾਰਤ ਦੇ ਟੈਲੈਂਟ ਨੂੰ ਆਪਣੇ ਦੇਸ਼ ਵਿੱਚ ਆਉਣ ਤੋਂ ਰੋਕਣਾ ਚਾਹੁੰਦਾ ਹੈ। US ਕਾਂਗਰਸ ਦੇ ਜੁਆਇੰਟ ਸੈਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਪੀਚ ਦੀ ਜੰਮ ਕੇ ਤਾਰੀਫ ਹੋ ਰਹੀ ਹੈ। ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਮੋਦੀ ਦੇ ਆਉਂਦਿਆਂ ਹੀ ਅਮਰੀਕੀ ਸੰਸਦਾਂ ਨੇ ਖੜੇ ਹੋ ਕੇ ਤਾਲੀਆਂ ਵਜਾਈਆਂ। ਇਹ ਤਾਲੀਆਂ ਉਦੋਂ ਤੱਕ ਵੱਜਦੀਆਂ ਰਹੀਆਂ ਜਦੋਂ ਤੱਕ ਪ੍ਰਧਾਨ ਮੰਤਰੀ ਉੱਥੇ ਮੌਜੂਦ ਸੰਸਦਾਂ ਤੋਂ ਮਿਲਦੇ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 48 ਮਿੰਟ ਦੀ ਸਪੀਚ ਦੌਰਾਨ 66 ਵਾਰ ਤਾਲੀਆਂ ਵੱਜੀਆਂ ਤੇ 8 ਵਾਰ ਸਟੈਂਡਿੰਗ ਓਵੇਸ਼ਨ ਦਿੱਤਾ ਗਿਆ। तीन अजिहे मौके भी आए जब अमेरिकी संसद ने ठाके भी लगाए। पहला उदों आया जदों उन्हें कहा कि तुहाडे बेस्ट CEO एस्ट्रोनॉट्स साइंटिस्ट डॉक्टर्स इत्थों तक कि स्पेलिंग बी कंपीटीशन दे विच भी भारती शामिल ने। ਇਹ ਤੁਹਾਡੀ ਮਜ਼ਬੂਤੀ ਤਾਂ ਹੈ ਹੀ, ਨਾਲ ਹੀ ਉਹ ਪ੍ਰਾਈਡ ਆਫ ਇੰਡੀਆ ਵੀ ਹਨ। Economists, doctors, even spelling bee champions. They are your strength. They are also the pride of India. दूसरा, ਭਾਰਤ ਦੇ ਹਜ਼ਾਰਾਂ ਸਾਲ ਪੁਰਾਣੇ ਯੋਗ ਨੂੰ US ਦੇ ਵਿੱਚ 3 ਕਰੋੜ ਲੋਕ ਫੋਲੋ ਕਰਦੇ ਨੇ। ਕਰਵਬਾਲ ਥਰੋ ਕਰਨ ਤੋਂ ਵਧੇਰੇ ਯੋਗ ਦੇ ਲਈ ਇੱਥੋਂ ਦੇ ਲੋਕ ਆਪਣੇ ਸਰੀਰ ਨੂੰ ਮੋੜਦੇ ਨੇ, ਪਰ ਅਸੀਂ ਕਦੇ ਵੀ ਯੋਗ ਤੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਦਾ ਦਾਅਵਾ ਨਹੀਂ ਠੋਕਿਆ। Curveball. And no, Mr. Speaker, we have not yet claimed intellectual property right on yoga. ਤੀਜੀ ਵਾਰ ਅਮਰੀਕੀ ਸੰਸਦ ਉਦੋਂ ਠਾਕਾ ਲਗਾਏ ਜਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਿਸਟਰ ਸਪੀਕਰ, ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਕਾਂਗਰਸ ਦੇ ਵਿੱਚ ਬਹੁਤ ਹੀ ਸਹੀ ਤਰੀਕੇ ਦੇ ਨਾਲ ਕੰਮ ਹੁੰਦਾ ਹੈ। ਇੱਥੇ ਇਹ ਵੀ ਪਤਾ ਚੱਲਿਆ ਹੈ ਕਿ ਤੁਹਾਡੇ ਇੱਥੇ ਹਰ ਦਲ ਨੂੰ ਮੌਕਾ ਦਿੱਤਾ ਜਾਂਦਾ ਹੈ, ਪਰ ਤੁਸੀਂ ਅਜਿਹੇ ਇਕੱਲੇ ਨਹੀਂ ਹੋ, ਕਿਉਂਕਿ ਮੈਂ ਵੀ ਸਮੇਂ-ਸਮੇਂ ਤੇ ਭਾਰਤ ਦੀ ਪਾਰਲੀਮੈਂਟ ਵਿੱਚ ਅਜਿਹਾ ਕਰਦਾ ਰਿਹਾ। That you are well known for your bipartisanship. Well, you are not alone. Time and again, I have also witnessed a similar spirit in the Indian Parliament. Especially in upper house. ਸ਼ੁਰੂਆਤ ਦੇ ਵਿੱਚ ਹੀ ਮੋਦੀ ਦਾ ਅਮਰੀਕੀ ਸੰਸਦਾਂ ਨੇ ਜ਼ੋਰਦਾਰ ਸਵਾਗਤ ਕੀਤਾ। ਇਸ ਤੋਂ ਬਾਅਦ ਜਿਵੇਂ ਹੀ ਉਹਨਾਂ ਆਪਣੀ ਸਪੀਚ ਖਤਮ ਕੀਤੀ, ਅਮਰੀਕੀ ਸੰਸਦਾਂ ਦੇ ਵਿੱਚ ਉਹਨਾਂ ਦਾ ਆਟੋਗ੍ਰਾਫ ਲੈਣ ਦੀ ਹੋੜ ਵੀ ਲੱਗ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਕਾਂਗਰਸ ਨੂੰ ਸੰਬੋਧਿਤ ਕਰਦਿਆਂ ਹੋਇਆਂ ਪਾਕਿਸਤਾਨ ਤੇ ਵੀ ਹਮਲਾ ਬੋਲਿਆ ਤੇ ਕਿਹਾ ਕਿ ਭਾਰਤ ਦੇ ਗੁਆਂਢ ਦੇ ਵਿੱਚ ਅੱਤਵਾਦ ਵੱਧ ਫੁੱਲ ਰਿਹਾ ਹੈ। ਉਹਨਾਂ ਕਿਹਾ ਕਿ ਅਮਰੀਕੀ ਕਾਂਗਰਸ ਨੂੰ ਰਾਜਨੀਤਿਕ ਫਾਇਦੇ ਦੇ ਲਈ ਅੱਤਵਾਦ ਦਾ ਉਪਦੇਸ਼ ਦੇਣ ਵਾਲਿਆਂ ਨੂੰ ਸਾਫ਼ ਸੁਨੇਹਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਇੰਜ ਤਾਂ ਅੱਤਵਾਦ ਪੂਰੀ ਦੁਨੀਆ ਦੇ ਵਿੱਚ ਫੈਲ ਰਿਹਾ ਹੈ, ਪਰ ਭਾਰਤ ਦੇ ਗੁਆਂਢ ਦੇ ਵਿੱਚ ਇਹ ਬਹੁਤ ਹੀ ਫਲ ਫੁੱਲ ਰਿਹਾ ਹੈ। ਇਸ ਨਾਲ ਹੀ ਉਹਨਾਂ ਜ਼ੋਰ ਦਿੱਤਾ ਕਿ ਅੱਤਵਾਦ ਨੂੰ ਸਮਰਥਨ ਦੇਣ ਵਾਲਿਆਂ ਨੂੰ ਵੀ ਅਲੱਗ-ਥਲੱਗ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਆਪਣੇ ਰਾਜਨੀਤਿਕ ਲਾਹੇ ਦੇ ਲਈ ਅੱਤਵਾਦ ਨੂੰ ਵਧਾਵਾ ਦੇਣ ਵਾਲਿਆਂ ਨੂੰ ਇਨਾਮ ਦੇਣਾ ਬੰਦ ਕਰਨਾ ਹੋਏਗਾ ਤੇ ਉਹਨਾਂ ਨੂੰ ਜਵਾਬਦੇਹ ਬਣਾਉਣਾ ਹੋਏਗਾ। Terrorism remains the biggest threat in the territory stretching from west of India's border up to Africa
It may go by different names, from Lashkar-e-Taiba to Taliban to ISIS, but its philosophy is common of hate, murder, and violence. Although it is a shadow spreading across the world, it is incubated in India's neighborhood. I commend the members of the US Congress for sending a clear message to those who preach and practice terrorism for political gains. Refusing to reward them is the first step towards holding them accountable for their actions. The fight against terrorism has to be fought at many levels, and the traditional tools of military intelligence or diplomacy alone would not be able to win this fight. Mr. Speaker, we have both lost civilians and soldiers in combating terrorism. The need of the hour is for us to deepen our security cooperation and base it on a policy that isolates those who harbor, support, and sponsor terrorists. ਯੂਐਸ ਕਾਂਗਰਸ ਦੇ ਵਿੱਚ ਬਾਰ-ਬਾਰ ਤਾਲੀਆਂ ਦੀ ਗੜਗੜਾਹਟ ਦੇ ਵਿੱਚ ਅਮਰੀਕੀ ਸੰਸਥਾ ਨੇ ਖੜੇ ਹੋ ਕੇ ਪ੍ਰਧਾਨ ਮੰਤਰੀ ਦੀ ਕਹੀ ਗਈ ਇਹਨਾਂ ਗੱਲਾਂ ਦਾ ਸਮਰਥਨ ਕੀਤਾ। ਆਪਣੇ 48 ਮਿੰਟ ਦੇ ਭਾਸ਼ਣ ਦੇ ਵਿੱਚ ਉਹਨਾਂ ਭਾਰਤ ਤੇ ਅਮਰੀਕਾ ਦੇ ਵੱਧਦੇ ਸੰਬੰਧਾਂ ਤੇ ਜੁੜੇ ਸਾਰੇ ਹੀ ਮਹੱਤਵਪੂਰਨ ਵਿਸ਼ਿਆਂ ਤੇ ਚਰਚਾ ਕੀਤੀ, ਜਿਸ ਵਿੱਚ ਖਾਸ ਤੌਰ ਤੇ ਪਰਮਾਣੂ ਸਹਿਯੋਗ ਵੀ ਸ਼ਾਮਿਲ ਹੈ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਜਿਸ ਰਾਹੀਂ ਉਹਨਾਂ ਭਾਰਤ ਦੀ ਤਾਕਤ ਦਿਖਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਪਹਿਲਾ, ਅਮਰੀਕਾ ਦੇ ਵਿੱਚ 30 ਲੱਖ ਭਾਰਤੀ ਅਮਰੀਕਨ ਵਸਦੇ ਨੇ। ਇਹ ਦੋਹੇ ਦੇਸ਼ਾਂ ਦੇ ਜੁੜਾਵ ਦਾ ਸਬੂਤ ਹੈ। ਉਹਨਾਂ ਕਿਹਾ ਕਿ ਅਫਗਾਨਿਸਤਾਨ ਨੂੰ ਅੱਤਵਾਦ ਮੁਕਤ ਬਣਾਉਣ ਦੇ ਵਿੱਚ ਅਮਰੀਕਾ ਲੱਗਿਆ ਹੋਇਆ ਹੈ, ਪਰ ਅਸੀਂ ਵੀ ਉੱਥੇ ਵਿਕਾਸ ਦੇ ਕੰਮ ਦੇ ਵਿੱਚ ਸਹਿਯੋਗ ਦਿੱਤਾ ਹੈ। Your contribution in keeping the region safe and secure is deeply appreciated by even beyond. And India too has made an enormous contribution and sacrifices to support our friendship with Afghan people. A commitment to rebuild a peaceful and stable and prosperous Afghanistan is our shared objective. 8 distinguished members, not just in Afghanistan, but elsewhere in South Asia and globally. ਉਹਨਾਂ ਕਿਹਾ ਕਿ ਨੇਪਾਲ ਦੇ ਵਿੱਚ ਭੂਚਾਲ ਤੇ ਮਾਲਦੀਵ ਦੇ ਵਿੱਚ ਪਾਣੀ ਦੇ ਸੰਕਟ ਤੋਂ ਉਭਰਨ ਦੇ ਲਈ ਵੀ ਭਾਰਤ ਨੇ ਮਦਦ ਦਿੱਤੀ ਹੈ। The benefits of our partnership extend not just to the nations and regions that need it most. On our own, and by combating our capacities, we are also responding to other global challenges, including when disaster strikes and where humanitarian relief is needed. From our shore, we have evacuated thousands from Yemen, Americans and Indians and others. Nearer home, we have the first responders during Nepal's earthquake, in the Maldives water crisis, and most recently during landslide in Sri Lanka. ਯੂਐਨ ਦੇ ਵਿੱਚ ਸਭ ਤੋਂ ਵਧੇਰੇ ਪੀਸ ਕਾਪਿੰਗ ਫੋਰਸ ਭਾਰਤ ਦੀ ਹੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰਦਾਰ ਸ਼ਬਦਾਂ ਦੇ ਵਿੱਚ ਕਿਹਾ ਕਿ ਮਜ਼ਬੂਤ ਤੇ ਸਮਰਿੱਧ ਭਾਰਤ ਅਮਰੀਕਾ ਦੇ ਹਿੱਤ ਵਿੱਚ ਹੀ ਹੋਏਗਾ, ਕਿਉਂਕਿ ਅਸੀਂ ਕਿਸੇ ਵੀ ਦੇਸ਼ ਤੋਂ ਵਧੇਰੇ ਅਮਰੀਕਾ ਦੇ ਨਾਲ ਕਾਰੋਬਾਰ ਕਰਦੇ ਹਾਂ। ਉਹਨੇ ਕਿਹਾ ਕਿ ਮੈਂ ਅਮਰੀਕਾ ਨੂੰ ਭਾਰਤ ਦੇ ਆਦਰਸ਼ ਸਾਝੇਦਾਰ ਦੇ ਰੂਪ ਦੇ ਵਿੱਚ ਵੇਖਦਾ ਹਾਂ। ਕੁੱਲ ਮਿਲਾ ਕੇ ਪ੍ਰਧਾਨ ਮੰਤਰੀ ਦੇ ਇਸ ਸਾਰੇ ਯੂਐਸ ਨੂੰ ਐਡਰੈਸ ਕਰਨ ਯੂਐਸ ਹਾਊਸ ਨੂੰ ਐਡਰੈਸ ਕਰਨ ਦੇ ਦੌਰਾਨ ਜੋ ਉਹਨਾਂ ਦੀ ਸਾਰੀ ਗੱਲਬਾਤ ਦਾ ਇੰਪ੍ਰੈਸ਼ਨ ਹਾਊਸ ਦੇ ਵਿੱਚ ਪਿਆ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਹ ਭਾਰਤ ਵਾਸਤੇ ਕਾਫੀ ਚੰਗੇ ਨਤੀਜੇ ਤੇ ਸਾਰਥਕ ਸਿੱਟੇ ਸਾਹਮਣੇ ਲੈ ਕੇ ਆ ਸਕਦਾ ਹੈ।